देखिए, ये सरकार बेशर्मों की सरकार है। ये जानबूझकर हर वो हथकंडा अपनाएगी जिससे कि लोगों के अंदर इस आंदोलन को बदनाम किया जा सके। नहीं चलेगा, नहीं चलेगा, नहीं चलेगा, नहीं चलेगा, नहीं चलेगा, नहीं चलेगा। लाठीचार्ज हुआ, लाठीचार्ज नहीं हुआ, लड़कियों के साथ बदसलूकी करी गई, असॉल्ट हुआ है। हाँ, लाठीचार्ज के नाम पे उनको ठोका गया है। ऐसे कौन कहता है? अब्यूजमेंट हुई है। बच्चों को पाकिस्तान छोड़ाएंगे। पाकिस्तान छोड़ने वाले ना वो भूल जाएं, अब उनसे गद्दी से उतरने का वक्त आ गया है। अब ये हिंदुस्तान पाकिस्तान इस देश में चलने वाला नहीं है। लोग सब कुछ समझ चुके हैं। ਜਿਹੜੇ ਬੱਚੇ ਕੱਲ ਕੁੱਟੇ ਗਏ ਦਿੱਲੀ ਪਰਸੋਂ, ਉਹਨਾਂ ਦੀ ਅਕਾਊਂਟੇਬਿਲਿਟੀ ਮੋਦੀ ਸਰਕਾਰ ਆ ਕੇ ਲਵੇ ਤੇ ਪ੍ਰਧਾਨ ਮੰਤਰੀ ਬਿਨਾਂ ਸ਼ਰਤੀ ਬੱਚਿਆਂ ਤੋਂ ਮਾਫੀ ਮੰਗੇ। पूरा ट्रैप था, पुलिस वाले आए थे, उन्होंने खुद सिविल ड्रेस में अपने आप को पत्थर मारे हैं। ਸਭ ਤੋਂ ਬੇਸਿਕ ਚੀਜ਼ ਹੁੰਦੀ ਹੈ ਬੰਦੇ ਦੇ ਅੰਦਰ ਸ਼ਰਮ। ਸਰਕਾਰ ਨੂੰ ਪਤਾ ਨਹੀਂ ਕਿਉਂ ਨਹੀਂ ਆ ਰਹੀ, ਪਿਛਲੇ ਕਿੰਨੇ ਸਾਲਾਂ ਤੋਂ ਤੁਹਾਡੇ ਤੋਂ ਕੋਈ ਚੀਜ਼ ਨਹੀਂ ਚੱਲ ਰਹੀ, ਕਿਸੇ ਨੇ ਫੋਰਸ नहीं ਕੀਤਾ। क्या जो मार रहे हैं उनके बच्चे क्या एजुकेशन सिस्टम के साथ सपोर्ट नहीं करेंगे कि उनके बच्चे भी तो आगे जाकर पढ़ेंगे। ਬੜਾ ਗੁੰਗੀ ਵੈਰੀ ਸਰਕਾਰ ਹੈ। ਇਹਨੂੰ ਮੈਨੂੰ ਲੱਗਦਾ ਹੈ ਵੀ ਸ਼ਾਂਤੀਪੂਰਵਕ ਚੀਜ਼ਾਂ ਇਹਨਾਂ ਨੂੰ ਨਹੀਂ ਸੁਣਦੀਆਂ। ਅੱਜ ਕੱਲਾ ਆ ਨਹੀਂ, ਪੂਰੇ ਇੰਡੀਆ ਦੇ ਵਿੱਚ 7 ਧਰਨੇ ਚੱਲ ਰਹੇ ਅੱਡ ਅੱਡੀ ਥਾਂ, ਜਿਹੜੇ ਕਿ ਬੜੇ ਸਕੇਲ ਤੇ ਨੇ। ਛੋਟੇ ਮੋਟਿਆਂ ਦੀ ਮੈਂ ਗੱਲ ਨਹੀਂ ਕਰਦਾ। कीलों के साथ लगाया गया, कील लगा के बच्चा पे मारा गया। सर, लाठीचार्ज हो रहा है बच्चों पे। 12 साल की बच्ची का सिर खुल गया है। पत्थर भर के लाए ट्रक में, क्यों लाए, कैसे आए? वहाँ तो पत्थर थे ही नहीं पहले, उन्होंने खुद लेके आए। खुद सिविल ड्रेस में क्यों थे? सिविल ड्रेस में बैच नहीं था। टीयर गैसेस फेंकी गई हैं बच्चों के ऊपर। ਤੁਸੀਂ ਤਸਵੀਰਾਂ ਦੇਖ ਰਹੇ ਹੋ 17 ਸੈਕਟਰ ਦੀਆਂ ਪਲਾਜ਼ੇ ਵਿੱਚ ਜੋ ਪ੍ਰਦਰਸ਼ਨ ਰੱਖਿਆ ਗਿਆ ਸੀਗਾ, ਜੋ ਲਾਠੀ ਚਾਰਜ ਹੋਏ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਜੋ ਪ੍ਰੋਟੈਸਟ ਚੱਲ ਰਿਹਾ ਹੈ ਧਰਮਿੰਦਰ ਪ੍ਰਧਾਨ ਨੂੰ ਲੈ ਕੇ, ਜੋ ਅਸਤੀਫਾ ਵੀ ਪੇਪਰ ਲੀਕ ਹੋਇਆ ਸੀਗਾ ਧਰਮਿੰਦਰ ਪ੍ਰਧਾਨ ਵੀ ਅਸਤੀਫਾ ਦੇਵੇ, ਉਸ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਚੱਲਦਾ ਸੀ। ਸੋਮਨ ਵਾਂਗਚੂ ਵੀ ਜਿਹੜੇ ਉੱਥੇ ਭੁੱਖ ਹੜਤਾਲ ਉੱਤੇ ਬੈਠੇ ਸੀ, ਉਹਨਾਂ ਨੇ ਭੁੱਖ ਹੜਤਾਲ ਵੀ ਆਪਣੀ ਖਤਮ ਕਰਤੀ ਸੀਗੀ। ਉਸ ਤੋਂ ਬਾਅਦ ਜਿਹੜਾ ਲਾਠੀ ਚਾਰਜ ਹੋਇਆ ਹੈ, ਜੋ ਬਰਬਰਤਾ ਨਾਲ ਨੌਜਵਾਨਾਂ ਨੂੰ ਕੁੱਟਿਆ ਗਿਆ ਹੈ, ਮਹਿਲਾਵਾਂ ਨੂੰ, ਕੁੜੀਆਂ ਨੂੰ, ਲੜਕੀਆਂ ਨੂੰ ਜਿਹੜਾ ਕੁੱਟਿਆ ਗਿਆ ਹੈ, ਉਹਦੇ ਸੰਬੰਧ ਦੇ ਵਿੱਚ ਅੱਜ ਗੱਲਬਾਤ ਜਿਹੜੀ ਕੀਤੀ ਜਾ ਰਹੀ ਹੈ, ਨੌਜਵਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ। इस्तीफा दो, इस्तीफा दो, इस्तीफा दो, इस्तीफा दो। नरेंद्र मोदी चोर है, नरेंद्र मोदी चोर है। जस्टिस, 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 जस्टिस। धर्मेंद्र प्रधान इस्तीफा दो, इस्तीफा दो, इस्तीफा दो। धर्मेंद्र प्रधान शर्म करो, शर्म करो, शर्म करो। शर्म नहीं तो डूब मरो, डूब मरो, डूब मरो। बीजेपी सरकार मुर्दाबाद, मुर्दाबाद, मुर्दाबाद। बीजेपी सरकार मुर्दाबाद, मुर्दाबाद, मुर्दाबाद। बच्चों के भविष्य से खिलवाड़ बंद करो, बंद करो, बंद करो। बीजेपी सरकार मुर्दाबाद। सभी रुक जाओ, सचिन, 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 भाई रुक जाओ सर, 1 मिनट रुक जाओ, भाई रुक जाओ। 1 मिनट मेरी बात सुनना। सर रुक जाओ, 1 सेकंड ਰੁਕ ਜਾਓ। नारा लगा हुआ है। ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜੀਆਂ ਨੌਜਵਾਨ ਨੇ ਜਿਹੜੇ ਪ੍ਰਸ਼ਾਸਨ ਸਾਹਮਣੇ ਜਿਹੜੇ ਨਾਰੇ ਲੱਗ ਰਹੇ ਨੇ, ਧਰਮਿੰਦਰ ਪ੍ਰਧਾਨ ਅਸਤੀਫਾ ਦਿਓ, ਮੋਦੀ ਸਰਕਾਰ ਮੁਰਦਾਬਾਦ ਨਾਰੇ ਲੱਗ ਰਹੇ ਨੇ। ਜੋ ਪਹਿਲਾਂ ਪੰਜਾਬ ਦੇ ਵਿੱਚ ਮੂਵਮੈਂਟ ਨਹੀਂ ਬਣੀ ਸੀ, ਤੇ ਜਿਹੜੇ ਕੈਂਡਲ ਲੈ ਕੇ ਨੌਜਵਾਨ ਜਿਹੜੇ ਲੈ ਕੇ ਆਏ ਨੇ, ਤੁਸੀਂ ਦੇਖ ਸਕਦੇ ਹੋ। ਦਿੱਲੀ ਸਟੂਡੈਂਟ ਪ੍ਰੋਟੈਸਟ ਜਬ ਯਾਦ ਰੱਖਣਾ ਜਾਏਗਾ, ਜਿਹੜਾ ਲਾਠੀ ਚਾਰਜ ਹੋਇਆ ਉਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਜੋ ਲਾਠੀ ਚਾਰਜ ਉਸ ਤੋਂ ਬਾਅਦ ਨੌਜਵਾਨ ਜਿਹੜੇ ਪੂਰੇ ਰੋਸ ਵਿੱਚ ਆਏ ਨੇ, ਚੰਡੀਗੜ੍ਹ ਦੇ ਸਟੂਡੈਂਟ ਨੇ, ਜੋ ਪੀਯੂ ਤੋਂ ਨੇ, ਕੁਝ ਚੰਡੀਗੜ੍ਹ ਦੇ ਸਟੂਡੈਂਟ ਨੇ, ਪੰਜਾਬ ਦੇ ਸਟੂਡੈਂਟ ਨੇ। ਤੁਸੀਂ ਦੇਖ ਰਹੇ ਹੋ ਵੀ ਕਿੱਦਾਂ ਜਿਹੜਾ ਪ੍ਰੋਟੈਸਟ ਕਰ ਰਹੇ। ਇੱਕ ਮੰਗ ਕਹੀ ਗਈ ਸੀ, ਜੋ ਪੇਪਰ ਲੀਕ ਹੋਇਆ ਸੀਗਾ, ਧਰਮਿੰਦਰ ਪ੍ਰਧਾਨ ਦਾ ਸਿਰਫ ਅਸਤੀਫਾ ਮੰਗਿਆ ਗਿਆ ਸੀਗਾ। ਸ਼ਾਂਤਮਈ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਸ਼ਾਂਤਮਈ ਨੌਜਵਾਨਾਂ ਉੱਤੇ, ਲੜਕੀਆਂ ਉੱਤੇ, ਪੰਜਾਬ ਦੀਆਂ, ਭਾਰਤ ਦੀਆਂ ਲੜਕੀਆਂ ਉੱਤੇ ਜੋ ਲਾਠੀ ਚਾਰਜ ਹੋਇਆ ਹੈ, ਬੜੀ ਬੁਰੀ ਤਰ੍ਹਾਂ ਲਾਠੀ ਚਾਰਜ ਕੀਤਾ ਗਿਆ। ਕਈ ਜ਼ਖਮੀ ਜਿਹੜੇ ਨੌਜਵਾਨ ਜ਼ਖਮੀ ਹੋਏ ਨੇ,
ਉਹਦੇ ਬਾਰੇ ਜੋ ਰੋਸ ਦੇ ਵਿੱਚ ਅੱਜ ਜੋ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਰੱਖਿਆ ਗਿਆ ਤੇ ਨੌਜਵਾਨਾਂ ਤੁਸੀਂ ਵੱਡਾ 17 ਸੈਕਟਰ ਵਿੱਚ ਤੁਸੀਂ ਇਹ ਇਕੱਠ ਦੇਖ ਸਕਦੇ ਹੋ। इनकलाब जिंदाबाद 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 भगत सिंह तेरी सोच पे भगत सिंह तेरी सोच पे भगत सिंह तेरी सोच पे राजगुरु तेरी सोच पे सुखदेव तेरी सोच पे भारत माता की भारत माता की भारत माता की ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੋਦੀ ਦੀ ਤਸਵੀਰ ਨੂੰ ਜਿਹੜੀ ਅੱਗ ਲਗਾਈ ਜਾ ਰਹੀ ਹੈ। ਤੁਸੀਂ ਪੋਸਟਰ ਨੂੰ ਦੇਖ ਸਕਦੇ ਹੋ। ਪੋਸਟਰ ਦੇਖ ਸਕਦੇ ਹੋ ਸ਼ਾਸਤਰੋਂ ਕੀ ਗੂੰਜ ਨਿਆਂ ਕੀ ਮਾਂਗ ਤੇ ਤੁਸੀਂ ਦੇਖ ਸਕਦੇ ਹੋ ਮੋਦੀ ਅੰਧ ਭਗਤ ਜਿਹੜੇ ਤਸਵੀਰ ਤੁਸੀਂ ਦੇਖ ਰਹੇ ਹੋ ਜਿਹੜਾ ਤੁਸੀਂ ਕੁੱਤਾ ਜਿਹੜਾ ਅੰਧ ਭਗਤ ਦੇ ਮੂੰਹ ਦੇ ਵਿੱਚ ਮਤਲਬ ਇੱਕ ਤਰ੍ਹਾਂ ਦਾ ਜੋ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬੜੀ ਅੰਧ ਭਗਤ ਦੀ ਜਿਹੜੀ ਦੱਸੀ ਗਈ ਹੈ ਦਿਖਾਈ ਗਈ ਤਸਵੀਰ ਉਹ ਤੁਸੀਂ ਦੇਖ ਸਕਦੇ ਹੋ ਵੀ ਸਟੈਂਡ ਟੂਗੇਦਰ। ਤੇ ਹੁਣ ਜਿਹੜਾ ਮਸਲਾ ਪੰਜਾਬ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਪੂਰਾ ਆਪਣਾ ਰੰਗ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। इनकलाब जिंदाबाद 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 इनकलाब जिंदाबाद 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 भाजपा हो बर्बाद इनकलाब जिंदाबाद 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 लाठीचार्ज नहीं चलेगा नहीं चलेगा नहीं चलेगा लाठीचार्ज नहीं चलेगा नहीं चलेगा नहीं चलेगा लाठीचार्ज नहीं चलेगा नहीं चलेगा नहीं चलेगा गुंडागर्दी नहीं चलेगी नहीं चलेगी नहीं चलेगी तानाशाही नहीं चलेगी नहीं चलेगी नहीं चलेगी गुंडागर्दी बंद करो बंद करो बंद करो तानाशाही बंद करो बंद करो बंद करो धर्मेंद्र प्रधान इस्तीफा दो इस्तीफा दो इस्तीफा दो धर्मेंद्र प्रधान इस्तीफा दो इस्तीफा दो इस्तीफा दो शिक्षा मंत्री इस्तीफा दो इस्तीफा दो इस्तीफा दो शिक्षा मंत्री इस्तीफा दो इस्तीफा दो इस्तीफा दो धर्मेंद्र प्रधान इस्तीफा दो इस्तीफा दो इस्तीफा दो अमित शाह इस्तीफा दो ਭਾਈ ਸਿਰ ਨੂੰ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਾਈ ਕੀ ਬੋਲੋਗੇ ਤੁਸੀਂ ਜੋ ਲਾਠੀ ਚਾਰਜ ਉਸ ਤੋਂ ਬਾਅਦ ਜਿਹੜਾ ਨੌਜਵਾਨ ਜਾਗੇ ਨੇ ਪੰਜਾਬ ਦੇ। ਭਾਈ ਸਾਡੇ ਨਾਲ ਜਿੰਨੇ ਵੀ ਨੌਜਵਾਨ ਜੁੜੇ ਆ ਇਹ ਸਭ ਕੋ ਇਹ ਗੱਲ ਕਰਕੇ ਜੁੜੇ ਆ ਜੋ ਨੀਟ ਦੇ ਪੇਪਰ ਲੀਕ ਹੋਏ ਆਪਾਂ ਇਹ ਗੱਲ ਦੀ ਗਾਰੰਟੀ ਚਾਹੁੰਦੇ ਆ ਕਿ ਇਹ ਜੇ ਸਿਚੁਏਸ਼ਨ ਦੁਬਾਰਾ ਫਿਰ ਰਿਪੀਟ ਨਾ ਹੋਵੇ ਕਿਉਂਕਿ ਅਸੀਂ ਬੱਚਿਆਂ ਦੇ ਫਿਊਚਰ ਨਾਲ ਨਹੀਂ ਖੇਡ ਸਕਦੇ ਬਸ ਸਾਨੂੰ ਸਪੋਰਟ ਚਾਹੀਦੀ ਆ। ਜਿਵੇਂ ਪੋਸਟਰ ਲੈ ਕੇ ਆਏ ਨੇ ਅੰਧ ਭਗਤ ਦੇ ਵੀ ਅੰਧ ਭਗਤ ਜਿਹੜੇ ਬਣੇ ਹੋਏ ਨੇ ਭਰੋਸਾ ਕਰਦੇ ਨੇ ਹੁਣ ਭਰੋਸਾ ਟੁੱਟ ਗਿਆ ਉਹਨਾਂ ਦਾ। ਸਾਨੂੰ ਇੰਨਾ ਨਹੀਂ ਪਤਾ ਅਸੀਂ ਤਾਂ ਸਟੂਡੈਂਟ ਯੂਨੀਅਨ ਵੱਲੋਂ ਆਪਣਾ ਸਪੋਰਟ ਕਰਦੇ ਆ ਅਸੀਂ ਬਸ ਇਹ ਕਹਿੰਦੇ ਆ ਸਾਡੀ ਸਪੋਰਟ ਕਰੋ ਸਾਡੇ ਗੱਲ ਸੁਣੀ ਜਾਵੇ ਦਿੱਲੀ 'ਚ ਜੋ ਵੀ ਹੋਣ ਡਿਆ ਵਾ ਉਹਨੂੰ ਘੱਟ ਕਰੋ। ਭਾਈ ਜੀ ਦਿੱਲੀ ਦੇ ਵਿੱਚ ਜੋ ਵੀ ਉਹ ਲਾਠੀ ਚਾਰਜ ਹੋਇਆ ਉਹਦੇ ਲਈ ਤੁਸੀਂ ਗੁੱਸੇ ਵਿੱਚ ਆਏ ਰੋਸ ਪ੍ਰਦਰਸ਼ਨ ਕੀਤਾ ਹੈ ਚੰਡੀਗੜ੍ਹ ਦੇ ਵਿੱਚ। ਪਹਿਲਾਂ ਜਦੋਂ ਸ਼ਾਂਤਮਈ ਧਰਨਾ ਚੱਲਦਾ ਸੀ ਉਦੋਂ ਪੰਜਾਬ ਨੇ ਨੌਜਵਾਨਾਂ ਦਾ ਕੋਈ ਸਾਥ ਨਹੀਂ ਦੇ ਰਹੇ ਸੀਗੇ ਕਾਂਗਰਸ ਪਾਰਟੀ ਦਾ। जी ऐसा है कि ये कोई ये साडी नॉन पॉलिटिकल पार्टी है। ਪੂਰੀ ਪਾਰਟੀ ਸਪੋਰਟ ਕਰ ਰਹੇ ਨਹੀਂ। ਅਸੀਂ जो सरकार पूरी तरह से बेशर्म हो चुकी है। ਸਾਡਾ ਇਹ ਪ੍ਰਦਰਸ਼ਨ ਸਟੂਡੈਂਟਸ ਲਈ ਹੈ। ਅਸੀਂ ਚਾਹੁੰਦੇ ਆ ਕਿ ਰੈਵੋਲੂਸ਼ਨ ਆਵੇ ਸਾਡੀ ਐਜੂਕੇਸ਼ਨ ਵਿੱਚ। ਜਿਹੜਾ ਸਾਈਕਲ ਬਣਿਆ ਹੋਇਆ ਹੈ ਬਾਰ-ਬਾਰ ਪੇਪਰ ਲੀਕ ਹੁੰਦੇ ਆ ਤਾਂ ਸਟੂਡੈਂਟਸ ਨੂੰ ਫੇਸ ਕਰਨੀ ਪੜਦੀ ਹੈ ਪ੍ਰੋਬਲਮ ਨੂੰ। ਤਾਂ ਅਸੀਂ ਚਾਹੁੰਦੇ ਰੈਵੋਲੂਸ਼ਨ ਆਵੇ ਸਾਡੀ ਐਜੂਕੇਸ਼ਨ ਸਿਸਟਮ 'ਚ। ਸਾਡਾ ਇਹ ਮਕਸਦ ਹੈ ਇਸ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਅਸੀਂ ਕੋਈ ਵੀ ਪੋਲੀਟੀਕਲ ਏਜੰਡਾ ਨੂੰ ਸਪੋਰਟ ਨਹੀਂ ਕਰ ਰਹੇ। ਅਸੀਂ ਇਹ ਦੇਸ਼ ਦੀ ਜਨਤਾ ਦੇਸ਼ ਦੇ ਸਟੂਡੈਂਟਸ ਅਤੇ ਸਾਡੀ ਐਜੂਕੇਸ਼ਨ ਵਿੱਚ ਰੈਵੋਲੂਸ਼ਨ ਆਵੇ ਇਸ ਲਈ ਅਸੀਂ ਵੈਸੇ ਉਹਨਾਂ ਦੀ ਆਵਾਜ਼ ਹੀ ਚੱਕੀ ਸੀ ਵੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਚਾਹੀਦਾ ਹੈ। ਜੋ ਸੀਏਪੀ ਨੇ ਆਵਾਜ਼ ਚੱਕੀ ਹੈ ਆਪਣੇ ਆਵੀ ਕੇ ਦੀਪਕੇ ਨੇ ਉਹਨਾਂ ਨੂੰ ਸਹੀ ਮੰਨਦੇ ਹੋ ਤੁਸੀਂ? ਜੀ ਧਰਮਿੰਦਰ ਜਿਹੜਾ ਸਾਡਾ ਐਜੂਕੇਸ਼ਨ ਮਿਨਿਸਟਰ ਹੈ ਉਹਦਾ ਸਾਨੂੰ ਇਸਤੀਫਾ ਚਾਹੀਦਾ ਹੈ ਤਾਂ ਹੀ ਜਿਹੜਾ ਸਾਈਕਲ ਬਣਿਆ ਹੋਇਆ ਪੇਪਰ ਲੀਕ ਦਾ ਇਹ ਬੰਦ ਹੋ ਸਕੇ। देखिए ये सरकार बेशर्मों की सरकार है। ये जानबूझकर हर वो हथकंडा अपनाएगी जिससे कि लोगों के अंदर इस आंदोलन को बदनाम किया जा सकते। पर उनको एक बात बता देता हूँ कि ये बच्चे जो हैं वो जेन्युइन बच्चे हैं, पढ़ने लिखने वाले बच्चे हैं, कोई राजनीति करने नहीं आए। पर जब इनके हकों पर कोई कुठाराघात करेगा तो ये सहने वाले भी नहीं है। इसलिए आज जो है यहाँ पर इतनी बड़ी संख्या में लोग एकत्रित हुए हैं। बच्चों को पाकिस्तान छोड़ाएंगे। पाकिस्तान छोड़ने वाले ना वो भूल जाएं, अब उनसे गद्दी से उतरने का वक्त आ गया है। अब ये हिंदुस्तान पाकिस्तान इस देश में चलने वाला नहीं है। लोग सब कुछ समझ चुके हैं। ये बांटने की राजनीति से हटकर काम करने की राजनीति में विश्वास रखना चाहिए। अरे ये तो कहते हैं ना दिल बहलाने को गालिब ख्याल अच्छा है। वो अब अपनी
अपनी फेलियर को छुपाने के लिए इल्जाम लगा रहे हैं, जबकि बच्चे जेन्युइन बच्चे हैं और अपने हक के लिए लड़ रहे हैं। ਬਾਈ ਜੋ ਕੁਝ ਹੋ ਰਿਹਾ ਤੁਹਾਡੀ ਅੱਖਾਂ ਸਾਹਮਣੇ ਹੈ। ਆ ਆਪਣੇ ਦੇਸ਼ ਦੇ ਬੱਚੇ ਸਭ ਦੇ ਬੱਚੇ ਨੇ, ਸਰਕਾਰ ਨੂੰ ਵੀ ਇਹਨਾਂ ਨੂੰ ਆਪਣੇ ਬੱਚੇ ਸਮਝਣਾ ਚਾਹੀਦਾ ਹੈ। ਸਾਡੀ ਸਭ ਤੋਂ ਪਹਿਲਾਂ ਸਾਂਝੀ ਮੰਗ ਹੈ ਧਰਮਿੰਦਰ ਪ੍ਰਧਾਨ ਫੌਰਨ ਅਸਤੀਫਾ ਦੇਵੇ। ਜਿਹੜੇ ਬੱਚੇ ਕੱਲ ਕੁੱਟੇ ਗਏ ਦਿੱਲੀ ਪਰਸੋਂ, ਉਹਨਾਂ ਦੀ ਅਕਾਊਂਟੇਬਿਲਿਟੀ ਮੋਦੀ ਸਰਕਾਰ ਆ ਕੇ ਲਵੇ ਤੇ ਪ੍ਰਧਾਨ ਮੰਤਰੀ ਬਿਨਾਂ ਸ਼ਰਤੀ ਬੱਚਿਆਂ ਤੋਂ ਮਾਫੀ ਮੰਗੇ। ਹੁਣ ਚੰਡੀਗੜ੍ਹ ਦੇ ਵਿੱਚ ਕੀ ਕੀਤਾ ਜਾਊਗਾ? ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ, ਕੀ ਮੰਗ ਕਰਦੇ ਹੋ? ਇਹ ਸਰਕਾਰ ਨੂੰ ਆ ਲੱਗਦਾ ਹੈ ਵੀ ਦਿੱਲੀ ਦੇ ਵਿੱਚ ਬੱਚਿਆਂ ਨੂੰ ਡੰਡਿਆਂ ਤੋਂ ਮਾਰਾਂਗੇ ਤੇ ਚੰਡੀਗੜ੍ਹ ਚੁੱਪ ਬੈਠੂਗਾ। ਦਰਦ ਚੰਡੀਗੜ੍ਹ ਦੇ ਵੀ ਹੋਊਗਾ, ਚੰਡੀਗੜ੍ਹ ਵੀ ਆਵਾਜ਼ ਆਪਣੀ ਉਠਾਊਗਾ। ਜਦੋਂ ਤੱਕ ਬੱਚਿਆਂ ਨੂੰ ਇਨਸਾਫ ਨਹੀਂ ਮਿਲਦਾ, ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦਾ, ਉਰੇ 17 ਸੈਕਟਰ ਅਸੀਂ ਰੋਜ਼ ਐਂ ਧਰਨਾ ਲਾਣਾ, ਇਦਾਂ ਹੀ ਕੈਂਡਲ ਮਾਰਚਾਂ ਕੱਢਣੀਆਂ ਨੇ। ਪੱਕਾ ਮੋਰਚਾ ਵੀ ਲੱਗ ਸਕਦਾ 17 ਸੈਕਟਰ ਦੇ ਵਿੱਚ? ਬਿਲਕੁਲ ਪੱਕਾ ਮੋਰਚਾ ਲੱਗਣ ਦੀ ਵੀ ਪੂਰੀ ਤਿਆਰੀ ਹੈ। ਹੋ ਸਕਦਾ ਸਰਕਾਰ 1-2 ਦਿਨ ਤੱਕ ਮੰਨ ਜੇ, ਜੇ ਨਹੀਂ ਮੰਨਦੀ ਹੈ ਤਾਂ ਉਰੇ ਪੱਕਾ ਮੋਰਚਾ ਵੀ ਲਾਵਾਂਗੇ। ਲੱਗਦਾ ਹੁਣ ਪ੍ਰੈਸ਼ਰ ਪਾ ਕੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਜਾਊਗਾ? ਇੰਨਾ ਟਾਈਮ ਤੋਂ ਜੰਤਰ ਮੰਤਰ ਤੇ ਜਿਹੜੇ ਨੌਜਵਾਨ ਬੈਠੇ ਨੇ, ਭੁੱਖ ਹੜਤਾਲ ਵੀ ਕੀਤੀ ਉਹਨਾਂ ਨੇ, ਸੋਮਨ ਬਾਗਚੂ ਨੇ ਤੇ ਅਭਿਸ਼ੇਕ ਦੀਪਕੇ ਨੇ, ਉਸ ਤੋਂ ਬਾਅਦ ਤਾਂ ਸਰਕਾਰ ਮੰਨੀ ਨਹੀਂ। ਕੀ ਲੱਗਦਾ ਹੁਣ ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਣਾ ਹੈ ਉਹਦੇ ਨਾਲ ਕੋਈ ਪ੍ਰੈਸ਼ਰ ਪੈ ਸਕਦਾ? ਜਦੋਂ ਤੱਕ ਦੇਸ਼ ਦਾ ਇਤਿਹਾਸ ਰਿਹਾ, ਜਦੋਂ ਤੱਕ ਪੰਜਾਬ ਹਰਿਆਣਾ ਧਰਨਿਆਂ 'ਚ ਆਗੂ ਨਹੀਂ ਹੋਏ, ਉਦੋਂ ਤੱਕ ਕੋਈ ਖਰਾ ਇਨਸਾਫ ਨਹੀਂ ਮਿਲਿਆ। ਹੁਣ ਚੰਡੀਗੜ੍ਹ ਪੰਜਾਬ ਹਰਿਆਣਾ ਵੀ ਜਾਗ ਚੁੱਕਿਆ ਹੈ, ਆਪ ਵੀ ਸਟੂਡੈਂਟ ਨਾਲ ਹੈ। ਮੈਨੂੰ ਜਿੱਥੇ ਤੱਕ ਲੱਗਦਾ ਹੈ 100% ਸਰਕਾਰ ਮੰਨੂਗੀ ਤੇ ਅਸੀਂ ਸਰਕਾਰ ਨੂੰ ਝੁਕਾਵਾਂਗੇ। ਜੇ ਤੁਹਾਡੇ ਉੱਤੇ ਲਾਠੀ ਚਾਰਜ ਹੁੰਦਾ ਹੈ, ਸਰਕਾਰ ਵੱਲੋਂ ਆਰਡਰ ਆਉਂਦੇ ਨੇ, ਫਿਰ ਤੁਸੀਂ ਕੀ ਕਰੋਗੇ? ਕਰਨਾ ਕੀ ਹੈ, ਅਸੀਂ ਐਂ ਹੀ ਹੋਰ ਤਗੜੇ ਹੋ ਕੇ ਹੌਸਲਾ ਅਫਜ਼ਾਈ ਕਰਕੇ ਅਸੀਂ ਇਹਨਾਂ ਦੇ ਖਿਲਾਫ ਲੜਾਂਗੇ। ਤੇ ਅਸੀਂ ਤਾਂ ਕਹਿੰਦੇ ਆ ਵੀ ਸਾਡੇ ਉੱਤੇ ਵੀ ਲਾਠੀ ਚਾਰਜ ਕਰ ਦਿਓ, ਸਾਨੂੰ ਹੀ ਮਾਰ ਦਿਓ। ਹਰੇਕ ਬੰਦੇ ਨੂੰ ਆ ਸੋਚਦੇ ਨੇ ਵੀ ਐਂਟੀ ਨੈਸ਼ਨਲ ਹੈ। ਕੋਈ ਵੀ ਜੇ ਮੁੱਦੇ ਦੀ ਗੱਲ ਕਰਦਾ ਉਰੇ, ਉਹਨੂੰ ਕਿਤੇ ਹੋਰ ਹੀ ਦੂਜੇ ਪਾਸੇ ਲਾ ਕੇ ਦੱਸਦਾ। ਤੇ ਦੂਜੀ ਗੱਲ, ਅਸੀਂ ਪਿਓਰਲੀ, ਭਾਵੇਂ ਮੈਂ ਯੂਨੀਵਰਸਿਟੀ ਦਾ ਸਟੂਡੈਂਟ ਹਾਂ, ਭਾਵੇਂ ਕਿਸੇ ਕਾਲਜ ਦੇ ਸਟੂਡੈਂਟ ਨੇ, ਭਾਵੇਂ ਕਿਸੇ ਸਕੂਲ ਦੇ ਸਟੂਡੈਂਟ ਨੇ, ਅਸੀਂ ਦਿੱਲੀ ਵਾਲੇ ਸਟੂਡੈਂਟਾਂ ਨਾਲ ਆਪਣੀ 100% ਹਮਦਰਦੀ ਰੱਖਦੇ ਹਾਂ। ਤੇ ਹੋਰ ਮਤਲਬ ਜਿਵੇਂ ਪਹਿਲਾਂ ਸ਼ਾਂਤਮਈ ਧਰਨਾ ਚੱਲਦਾ ਸੀਗਾ, ਪਹਿਲਾਂ ਕੋਈ ਪੰਜਾਬ ਦਾ ਨੌਜਵਾਨ ਨਹੀਂ ਜਾਗਿਆ ਸੀ। ਹੁਣ ਜਦੋਂ ਲਾਠੀ ਚਾਰਜ, ਉਸ ਤੋਂ ਬਾਅਦ ਸਾਰੇ ਨੌਜਵਾਨ ਆ ਗਏ। ਪੂਰੇ ਇੰਡੀਆ ਵਿੱਚ ਇਹ ਖਬਰ ਫੈਲੀ ਹੈ ਵੀ ਲਾਠੀ ਚਾਰਜ ਬੜੀ ਬੁਰੀ ਤਰ੍ਹਾਂ ਕੀਤਾ ਗਿਆ ਨੌਜਵਾਨਾਂ। ਆ ਜਾਗਦੀਆਂ ਜ਼ਮੀਰਾਂ ਵਾਲੇ ਨੌਜਵਾਨ ਮੁੰਡੇ ਨੇ, ਇਹਨਾਂ ਨੇ ਹੱਥਾਂ ਵਿੱਚ ਚੂੜੀਆਂ ਨਹੀਂ ਪਾਈਆਂ। ਜਿਹੜੇ ਤੁਸੀਂ ਕਹਿੰਦੇ ਹੋ ਸ਼ਾਂਤੀਪੂਰਵਕ ਜਿੰਨੇ ਚਿਰ ਅਸੀਂ ਕਰਨਾ ਸੀ ਕਰ ਲਿਆ, ਹੁਣ ਵੀ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਕਰ ਰਹੇ ਹਾਂ, ਇੱਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਆਪ ਦੀ ਆਵਾਜ਼ ਉਠਾ ਰਹੇ ਹਾਂ। ਪਰ ਆ ਗੁੰਗੀ ਵੈਰੀ ਸਰਕਾਰ ਹੈ, ਮੈਨੂੰ ਲੱਗਦਾ ਹੈ ਵੀ ਸ਼ਾਂਤੀਪੂਰਵਕ ਚੀਜ਼ਾਂ ਇਹਨਾਂ ਨੂੰ ਨਹੀਂ ਸੁਣਦੀਆਂ। ਅੱਜ ਕੱਲਾ ਆ ਨਹੀਂ, ਪੂਰੇ ਇੰਡੀਆ ਦੇ ਵਿੱਚ 7 ਧਰਨੇ ਚੱਲ ਰਹੇ ਅੱਡ-ਅੱਡੀ ਥਾਂ, ਜਿਹੜੇ ਕਿ ਬੜੇ ਸਕੇਲ ਤੇ ਨੇ। ਛੋਟੇ ਮੋਟਿਆਂ ਦੀ ਮੈਂ ਗੱਲ ਨਹੀਂ ਕਰਦਾ। ਹਰ ਇੱਕ ਸਟੇਟ ਦੇ ਵਿੱਚ ਸਰਕਾਰ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ, ਪਰ ਸਰਕਾਰ ਪਤਾ ਨਹੀਂ ਕਿਸ ਈਗੋ ਐਰੋਗੈਂਟ ਦੇ ਵਿੱਚ ਬੈਠੀ ਹੈ, ਜਿਹੜੀ ਕਿਸੇ ਵੀ ਚੀਜ਼ ਦੀ ਇੱਕ ਬੇਸਿਕ ਚੀਜ਼ ਹੁੰਦੀ ਹੈ ਕਿਸੇ ਵੀ ਸੱਤਾ ਵਿੱਚ, ਹਰ ਇੱਕ ਚੀਜ਼ ਦੀ ਅਕਾਊਂਟੇਬਿਲਿਟੀ ਲੈਣਾ। ਆਹ ਸਰਕਾਰ ਆਪਣੀ ਅਕਾਊਂਟੇਬਿਲਿਟੀ ਤੇ ਲੈਣ ਦੇ ਵਿੱਚ ਨਾਕਾਮਯਾਬ ਰਹੀ ਹੈ। ਪਰ ਲਾਠੀ ਚਾਰਜ ਤਾਂ ਪੰਜਾਬ ਵਿੱਚ ਵੀ ਹੋ ਰਿਹਾ ਹੈ। ਕਈ ਜਿਹੜੀ ਹੁਣ ਧਰਨੇ ਲੱਗੇ ਹੋਏ ਨੇ ਕਰਮਚਾਰੀਆਂ ਉੱਤੇ, ਜਿਹੜੇ ਆਪਣੇ ਸੁਵਿਧਾ ਕੇਂਦਰ ਵਾਲੇ ਨੇ, ਬਿਜਲੀ ਵਾਲੇ ਨੇ, ਬਿਜਲੀ ਬੋਰਡ ਵਾਲੇ, ਉਹਨਾਂ ਪਰ ਵੀ ਬੜਾ ਲਾਠੀ ਚਾਰਜ ਖੰਨੇ ਵਿੱਚ ਵੀ ਹੋਇਆ। ਆਮ ਆਦਮੀ ਪਾਰਟੀ ਵੀ ਇੱਕ ਤਰ੍ਹਾਂ ਦਾ BJP ਪਾਰਟੀ ਮਾ ਗਿਆ। ਇਹਨਾਂ ਨੂੰ ਆ ਲੱਗਦਾ ਹੈ ਵੀ ਧਰਨਿਆਂ ਤੋਂ, ਲਾਠੀਆਂ ਤੋਂ ਆ ਕਿਤੇ ਸਾਨੂੰ ਦਬਾ ਲੈਣਗੇ। ਆਮ ਆਦਮੀ ਹਮੇਸ਼ਾ ਬਚਪਨ ਤੋਂ ਲੈ ਕੇ ਤਾਂ ਉਮਰ ਜਦੋਂ ਤੱਕ ਜਵਾਨ ਹੁੰਦਾ ਹੈ ਬੰਦਾ, ਉਦੋਂ ਤੱਕ ਆ ਸਭ ਚੀਜ਼ਾਂ ਸਹਿੰਦਾ ਹੁੰਦਾ ਹੈ। ਸਾਨੂੰ ਇਹਨਾਂ ਚੀਜ਼ਾਂ ਦਾ ਫਰਕ ਨਹੀਂ। ਅਸੀਂ ਤਾਂ ਕਹਿੰਦੇ ਆ ਵੀ ਹੋਰ ਕਰੋ, ਅਸੀਂ ਤਾਂ ਹੋਰ ਤਗੜੇ ਹੋ ਕੇ ਤੁਹਾਡੇ ਖਿਲਾਫ ਲੜਾਂਗੇ। ਇੱਕ ਸਭ ਤੋਂ ਬੇਸਿਕ ਚੀਜ਼ ਹੁੰਦੀ ਹੈ ਬੰਦੇ ਦੇ ਅੰਦਰ ਸ਼ਰਮ। ਸਰਕਾਰ ਨੂੰ ਪਤਾ ਨਹੀਂ ਕਿਉਂ ਨਹੀਂ ਆ ਰਹੀ, ਪਿਛਲੇ ਕਿੰਨੇ ਸਾਲਾਂ ਤੋਂ ਤੁਹਾਡੇ ਤੋਂ ਕੋਈ ਚੀਜ਼ ਨਹੀਂ ਚੱਲ ਰਹੀ, ਕਿਸੇ ਨੇ ਫੋਰਸ ਨਹੀਂ ਕੀਤਾ। ਮੋਦੀ ਅੱਜ ਜੇ ਪ੍ਰਧਾਨ ਮੰਤਰੀ ਦੇਸ਼ ਦਾ, ਚੋਣਾਂ ਵਿੱਚ ਖੜੇ ਹੋਏ, ਇਲੈਕਸ਼ਨ ਕਮਿਸ਼ਨ ਹੋਈ, ਸਾਰੇ ਸੌਦਾ ਇੱਕ ਪ੍ਰੋਪਰ ਦਾਇਰੇ ਦੇ ਵਿੱਚ ਰਹਿ ਕੇ ਸਾਰੀ ਚੀਜ਼ਾਂ ਹੋਈ, ਕਿਸੇ ਨੇ ਧੱਕਾ ਨਹੀਂ ਕੀਤਾ ਪ੍ਰਧਾਨ ਮੰਤਰੀ ਬਣੋ। ਜੇ ਤੁਹਾਡੇ ਤੋਂ ਕੋਈ ਚੀਜ਼ਾਂ ਐਡਰੈਸ ਨਹੀਂ ਕਰੀ ਜਾ ਰਹੀ ਜਾਂ ਅਕਾਊਂਟੇਬਿਲਿਟੀ ਨਹੀਂ ਲਈ ਜਾ ਰਹੀ, ਤੁਸੀਂ ਅਸਤੀਫਾ ਦਿਓ। ਅਸੀਂ ਧਰਮਿੰਦਰ ਪ੍ਰਧਾਨ ਦਾ ਵੀ ਅਸਤੀਫਾ ਲਵਾਂਗੇ। ਅੱਗੋਂ ਜਿਹਦੀ ਗਲਤੀਆਂ ਨਿਕਲੂਗੀ, ਅਸੀਂ ਸਾਰਿਆਂ ਦੇ ਅਸਤੀਫਾ ਲੈ ਕੇ ਆ ਸਰਕਾਰ ਨੂੰ ਬਦਲਣ ਦਾ ਕੰਮ ਕਰਾਂਗੇ। ਨਰਿੰਦਰ ਮੋਦੀ ਦਾ ਜਵਾਬ ਤਾਂ ਆ ਜਾਂਦਾ ਜਦੋਂ ਬਿਆਨ ਆਉਂਦਾ ਨਾ ਵੀ ਧਰਮਿੰਦਰ ਅਸੀਂ ਕਾਰਵਾਈ ਕਰਾਂਗੇ ਜਿਹਨੇ ਵੀ ਕੀਤਾ ਹੈ, ਪਰ ਅਸਤੀਫਾ ਹੁਣ ਤੱਕ ਨਹੀਂ ਦਿੱਤਾ ਗਿਆ। ਕਦੋਂ ਕਰਨਗੇ ਕਾਰਵਾਈ? ਕਿੰਨਾ ਟਾਈਮ ਹੋਰ? ਅੱਜ ਕਿਹੜਾ ਪਹਿਲੀ ਵਾਰ ਪੇਪਰ ਲੀਕ ਹੋਇਆ ਵੀ ਅਸੀਂ ਪਹਿਲੀ ਵਾਰ ਆਵਾਜ਼ ਉਠਾਈ ਹੈ? ਅੱਜ ਤੋਂ ਪਹਿਲਾਂ ਵੀ ਸੈਂਕੜੋਂ ਪੇਪਰ ਲੀਕ ਹੋਏ ਨੇ, ਅਸੀਂ ਆਵਾਜ਼ ਉਠਾਈ ਹੈ। ਹਮੇਸ਼ਾ ਆ ਕਹਿ ਕੇ ਟਾਲ ਦਿੱਤਾ ਜਾਂਦਾ ਵੀ ਅਸੀਂ ਕਾਰਵਾਈ ਕਰਾਂਗੇ। ਜਦੋਂ ਤੱਕ ਸਾਨੂੰ ਅੱਗੋਂ ਜਵਾਬੀ ਕਾਰਵਾਈ ਨਹੀਂ ਮਿਲਦੀ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਨਹੀਂ ਮਿਲਦਾ, ਉਦੋਂ ਤੱਕ ਤੁਸੀਂ ਵੀ ਉਰੇ ਐਂ ਹੀ ਆਉਂਦੇ ਰਹਿਣਾ ਤੇ ਅਸੀਂ ਵੀ ਐਂ ਹੀ ਉਰੇ ਧਰਨਾ ਲਾਉਂਦੇ ਰਹਿਣਾ। ਠੀਕ ਹੈ ਜੀ। ਬਾਕੀ ਵੀ ਤਸਵੀਰਾਂ ਦੇਖ ਰਹੇ ਹੋ, ਜਿਹੜਾ ਤੁਸੀਂ ਨੌਜਵਾਨ ਆ ਬੜਾ ਜਿਹੜਾ ਪੋਸਟਰ ਲੈ ਕੇ ਆਏ ਨੇ ਤੇ ਤਸਵੀਰਾਂ ਲੈ ਕੇ। ਬਾਈ ਜੀ ਕਿੱਥੋਂ ਪਹੁੰਚੇ ਹੋ? ਕੀ ਕਹਿਣਾ ਚਾਹੋਗੇ ਵੀ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ, ਲਾਠੀ ਚਾਰਜ ਹੋਣ ਤੋਂ ਬਾਅਦ ਪੰਜਾਬ ਦੇ ਨੌਜਵਾਨ ਜਾਗੇ ਆ? मैं चाहता कि स्टूडेंट ਨੂੰ अपना इंसाफ मिलू और मोदी तो इस्तीफा चाहता मैं। ਤੇ ਤੁਸੀਂ ਜਿਹੜੀਆਂ ਲੜਕੀਆਂ ਵੀ ਜਿਹੜੀਆਂ ਪਹੁੰਚੀਆਂ ਨੇ ਕੈਂਡਲਾਂ ਲੈ ਕੇ, ਕੀ ਕਹਿਣਾ ਚਾਹੋਗੇ ਜੋ ਦਿੱਲੀ ਵਿੱਚ ਹੋਇਆ ਹੈ? ਲੜਕੀਆਂ ਉੱਤੇ ਵੀ ਲਾਠੀ ਚਾਰਜ ਹੋਇਆ ਹੈ,
ਤੇ ਨੌਜਵਾਨ ਉੱਤੇ लाठीचार्ज हुआ है, लाठीचार्ज नहीं हुआ, लड़कियों के साथ बदसलूकी करी गई है, असॉल्ट हुआ है। हाँ, लाठीचार्ज के नाम पे उनको ठोका गया है। ऐसे कौन करता है? अब्यूजमेंट हुई है। ਤੁਹਾਡਾ ਵੀ ਖੂਨ ਖੋਲੇ ਉਸ ਤੋਂ ਬਾਅਦ ਜਦੋਂ ਲਾਠੀ ਚਾਹ ਉਹ ਦੇਖ ਕੇ ਉਹ ਮੰਜ਼ਰ ਦੇਖ ਨਹੀਂ ਹੋਇਆ लाठीचार्ज था, पूरा ट्रैप था। पुलिस वाले आए थे, उन्होंने खुद सिविल ड्रेस में अपने आप को पत्थर मारे हैं। क्या जो मार रहे हैं उनके बच्चे क्या एजुकेशन सिस्टम के साथ सपोर्ट नहीं करेंगे? कि उनके बच्चे भी तो आगे जाकर पढ़ेंगे। उनको कोई वो नहीं है कि वो मार रहे हैं हमें, वो अपने बच्चों का फ्यूचर नहीं सोच रहे हैं। उनके बच्चों का क्या? वो तो हम अपने बच्चों को भेज देते फॉरेन। हमारा क्या? हमारी स्टडीज तो है खतरे में। हमारे पेपर लीक हो रहे हैं, हमारा क्या? हमारे फ्यूचर का क्या? ਬੇਟੇ ਲਾਠੀ ਚਾਰਜ ਹੋਣ ਦਾ ਕਾਰਨ ਕੀ ਸੀਗਾ ਕਿਉਂ ਹੋਇਆ लाठीचार्ज ना रोकने के लिए हुआ था कि वो रुक जाए, पर रुकने वालों में सब है नहीं, अभी बढ़ चुका है प्रोटेस्ट। प्रोटेस्ट ਦਾ शांतमय चल रहे थे बिल्कुल शांत में चल रहा था, लेकिन सरकार को लगा भी आगे बढ़ेगा तो रिजाइन नहीं देना चाहते। पहले उन्होंने कहा कि बच्चों ने करा, बच्चों मतलब शांतिपूर्व चल रहा था प्रोटेस्ट, पर उन्होंने खुद पुलिस वालों ने अपनी गाड़ियां खुद तोड़ी, फिर उन पे बच्चों पे लगाया, फिर लाठीचार्ज करी, फिर उसके बाद भी बच्चों ने कुछ नहीं किया। गुरुद्वारे में जाके चले गए बच्चे, उसके बाद भी उन पे कीलों के साथ लगाया गया, कील लगा के बच्चा पे मारा गया। ਬਹੁਤ ਬੁਰੀ ਤਰ੍ਹਾਂ ਮਤਲਬ ਲਾਠੀ ਚਾਰਜ ਹੋਇਆ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਉਸ ਤੋਂ ਬਾਅਦ ਜਿਹੜਾ ਚਿਹਰਾ ਸਾਹਮਣੇ ਆਇਆ ਸਰਕਾਰ ਦਾ सामने तो आएगा ही। पत्थर भर के लाए ट्रक में, क्यों लाए? कैसे आए? वहाँ तो पत्थर थे ही नहीं पहले, उन्होंने खुद लेके आए, खुद सिविल ड्रेस में। क्यों थे सिविल ड्रेस में? बैच नहीं था। नौजवान पत्थर लेके ट्रक भरा पड़ा था पत्थरों का, ऐसे इल्जाम लगाए जा रहे हैं। हाँ, ट्रक था, लाए हुए थे, वैन वगैरह टूटी हुई सब खुद खड़ी हुई है, उसका कुछ नहीं। बच्चों के ऊपर इल्जाम लगा रहे कि वो लेके आए, उन्होंने तोड़फोड़ की है, जबकि पूरी वीडियोस प्रूफ में मिल रही है कि पुलिस वालों ने खुद किया है। ऐसे ही बोला जा रहा है भी हाइड्रोजन ट्रेन है उस पर भी निशाना बनाने की कोशिश। वीडियो वो तो है ही नहीं, वो तो है ही नहीं, वो तो जंतर मंतर की है ही नहीं, तो कहाँ से पुरानी वीडियो दिखा के क्या बताना चाहते? गोदी मीडिया दिखा रहा है ना, गोदी मीडिया है, पूरा गोदी मीडिया भी कहा हुआ है। वहाँ पे पुलिस पहुंची हुई, बैचेस नहीं है किसी के भी, आर्मी पहुंची, बैचेस नहीं है भी हटा रहे। क्यों हटा रहे हो? जब तुम दिखाओ ना। और लड़कियों के साथ असॉल्ट ऐसे कर रहे हैं, ये फिर गोदी मीडिया कहती है बेटी बचाओ बेटी पढ़ाओ। सारा ਮੇਨ ਮੁੱਦਾ ਭਾਜੀ ਐਵੇਂ ਸਰਕਾਰ ਕਿੰਨੇ ਬਣਾਈ ਹੈ? ਆਪਾਂ ਲੋਕਾਂ ਨੇ ਬਣਾਈ ਹੈ। ਸਰਕਾਰ ਇਸ ਲਈ ਬਣੀ ਹੈ ਕਿ ਸਾਡੇ ਲਈ ਜੋ ਗਲਤ ਹੋਏ ਇੱਕ ਨਿਆਂ ਕਰਨ ਵਾਸਤੇ ਬੰਦਾ ਮੇਨ ਚੁਣਿਆ ਜਾਂਦਾ ਹੈ। ਜੇ ਉਹ ਹੀ ਨਿਆਂ ਨਹੀਂ ਕਰੇਗਾ ਤਾਂ ਬੱਚੇ ਕਿੱਥੇ ਜਾਣਗੇ? ਮੇਨ ਬੱਚਿਆਂ ਕੋਲ ਸਿਰਫ ਸਿੱਖਿਆ, ਬੇਰੁਜ਼ਗਾਰੀ ਹੈ, ਕੰਮ ਤੇ ਹੈ ਨਹੀਂ, ਤੇ ਸਿੱਖਿਆ ਵੀ ਬੱਚਿਆਂ ਕੋਲੋਂ ਖੋਈ ਜਾ ਰਹੀ ਹੈ। ਮੇਅਰ ਕੌਣ ਹੈ ਚੰਡੀਗੜ੍ਹ ਦਾ? ਉਹ ਵੀ ਤਾਂ ਬੀਜੇਪੀ ਦਾ ਹੀ ਇੱਕ ਮੇਅਰ ਬੀਜੇ ਦੇ ਬਣੇ ਸਰ ਮੇਰ ਤੇ ਨਹੀਂ ਜਾਵਾਂਗੇ, ਆਪਾਂ ਜਾਵਾਂਗੇ ਜਿਹੜੇ ਬੱਚੇ ਮਰੇ ਆ, ਕਿਉਂਕਿ ਆਪਾਂ ਕਿਹਦੇ ਲਈ ਖੜੇ ਹੋਏ ਆ? 19 ਜਿਹੜੇ ਬੱਚੇ ਕਿੰਨੇ ਬੱਚੇ ਮਰੇ ਨੇ 19 ਬੱਚੇ 20 मरे नहीं मरे हैं, बट वो शो ऑफ तो वही वो मरे नहीं है, उनका मर्डर करा गया। ये हमारी ना सरकार ने मर्डर करा है, ये सुसाइड नहीं मानना चाहिए, मर्डर मानना चाहिए, उनके साथियों को मर्डर मानना चाहिए। क्या लगता है भी अब पूरे इंडिया में लहर बनेगी? मेन हमारा मुद्दा ये है कि धर्मेंद्र को इस्तीफा देना चाहिए, क्योंकि उसकी वजह से ये चीज़ हुई है। धर्मेंद्र, क्या आप भी जंतर मंतर जाओगे अब उनका सीजेपी का साथ दोगे? बिल्कुल देंगे, हम बिल्कुल देना चाहते हैं सीजेपी का साथ। हम जा नहीं पा रहे तभी हम यहाँ पे हैं। नहीं, कई लोग कह रहे हैं भी सीजेपी पार्टी जेडी सीजेपी जो भाई अभिषेक दीप के बात सुन लो, अभिषेक दीप के भी आम आदमी पार्टी का वो उनके रिलेशन है। पार्टी की बात नहीं हो रही, पार्टी की बात मेन बात हो रही है जो 19 बच्चे या 20 जो भी मरे हैं उनके लिए मुद्दा है कि आज का ये बच्चे मरे हैं, कल को किसी और के मरेंगे, तो ये जो चीजें ना हो, लीक ना हो पेपर। मेन मुद्दा ये है, मुद्दे को भड़का रहे हैं, मुद्दे को इधर उधर लेके जा रहे हैं। मेन ये है जो बच्चे मरे हैं उनके लिए खड़े हुए हैं सब, क्योंकि आगे आज बच्चे ये हैं, कल हो सकता 50 मरे, तो उनके ऊपर रोक लगाए और इस्तीफा दें धर्मेंद्र, और नया कोई और चुने जो अच्छा हो। वो हमें चुनते हैं और हम ही चुनेंगे। ऐसी आती है कि पहले मिनिस्टर चेंज करने से कुछ नहीं होएगा। पहले एक बार 2011 में भी यही बात हुई थी, इसी चीज़ पे हुआ था प्रोटेस्ट, भी इसी चीज़ एजुकेशन डिपार्टमेंट पे ही हुआ था। मेन मुद्दा जो है ना, मिनिस्टर क्यों चेंज करने की जगह अगर पूरा एजुकेशन सिस्टम चेंज करा जाए तो बात अच्छी बनेगी। अगर मिनिस्टर एक को बदलेंगे दूसरा वैसे आ जाएगा, फिर वो प्रोटेस्ट होएगा, फिर सिस्टम ठीक होना चाहिए। हाँ, सिस्टम ठीक हो। ये क्यों हम इकट्ठे हुए? सिस्टम ठीक हो और किसी का बच्चा ना मरे। मिनिस्टर पहले प्राइम मिनिस्टर ही बदलना चाहिए हमें, तो फिर तो इस हिसाब से जाकर हमें सिस्टम ठीक करना है। अकाउंटेबिलिटी नहीं मिल रही है, हमारा मतलब हमारा राइट है कि हमें अकाउंटेबिलिटी मिले, वो हमें बिल्कुल भी नहीं मिल रही है। ਲੱਗ ਰਿਹਾ ਇਦਾਂ ਲੱਗ ਰਿਹਾ ਜੇ ਨੇਪਾਲ ਦੇ ਵਿੱਚ ਹੋਇਆ ਉਸ ਤਰ੍ਹਾਂ ਵੀ ਆਪਣੇ ਇੰਡੀਆ ਵਿੱਚ ਵੀ ਹੋ ਸਕਦਾ ਜੋ ਲਹਿਰ ਪੰਜਾਬ ਨੇਪਾਲ ਦੇ ਵਿੱਚ ਬਣੀ ਸੀਗੀ। हमें उसका कंपैरिजन नहीं करना चाहिए, हमारे इंडिया में चल रहा है ये। हमारा जो मेन टॉपिक है वो नीट के एग्जाम के ऊपर है। नीट का एग्जाम तो लीक हुआ ही हुआ है, अभी प्रोटेस्ट के साथ एक और एग्जाम लीक हो गया है। ये क्या अकाउंटेबिलिटी मिल रही है कि अभी उन्होंने इस्तीफा दिया भी नहीं और एक और एग्जाम लीक हो गया है। ਪਰ ਪ੍ਰਧਾਨ ਮੰਤਰੀ ਦਾ ਬਿਆਨ ਆਈ ਜਾਂਦਾ ਕਹਿੰਦਾ ਵੀ ਇਹ ਕਾਰਵਾਈ ਕਰਾਂਗੇ ਅਸੀਂ ਜਿੰਨਾ भी ਕੀਤਾ है। बोलने की बात है, हो कुछ नहीं रह गया। अगर ये लाठी मारी है, कार्रवाई ये हुई है कि बच्चों को मारा, जो छोटे बच्चे हैं उनका क्या कसूर है? कई 18 साल के को मारा गया है। कैसे प्रधानमंत्री बयान देता है पर कार्रवाई क्यों नहीं करता? बयान देता है, एक इंटरव्यू क्यों नहीं
नहीं है प्रधानमंत्री का, हमारा एक भी इंटरव्यू क्यों नहीं दे रहा प्रधानमंत्री? सिर्फ मैं कह रही हूँ डॉक्टर कौन से एक तरफा क्यों सरकार बन जाती है फिर भी इंडिया में? सर ये लोग चूज करते हैं ना, लोगों को नहीं चूज करना चाहिए। मेरे को लगता है आगे वोट ही मत दो, जो आपको सही जेंजी जनरेशन है, जो जेंजी जनरेशन है वो जाग पड़ी है। अब आगे कुछ होगा? सर लेट्स सी। लग रहा है कुछ भी सरकार अच्छी चुनी जाएगी। मोदी नहीं आएगा आगे, बिल्कुल नहीं आएगा। दूसरा ऑप्शन क्या है? दूसरा ऑप्शन क्या है फिर? दूसरा ऑप्शन क्या है इंडिया में? एजुकेट प्राइम मिनिस्टर, एजुकेट कौन सा? राहुल गांधी? राहुल गांधी उसके ऊपर हम कुछ नहीं बोल सकते हैं। धर्मेंद्र प्रताप का मेन का शिक्षा मतलब वो है सरकार सर, अगर ये सब चुनेंगे ना, चूज करेंगे पूरी इंडिया। अभी तो लंदन में भी मेरे को लग रहा है कि वहाँ पे भी देखो बाहर भी होने लग पड़ा है, चल रहा है प्रोटेस्ट। हाँ, प्रोटेस्ट लंदन में। अकाउंटेबिलिटी मांग रहे हैं, लेकिन अकाउंटेबिलिटी सरकार दे नहीं रही है। मोदी ने एक भी प्रेस कॉन्फ्रेंस करी ही नहीं है, उसने कभी करी है अटेंड? 2014 का बना हुआ है वो प्राइम मिनिस्टर, उसने एक भी बार अकाउंटेबिलिटी नहीं दी है। गोदी मीडिया उसको कवर करती है, उसकी जो मीडिया जंतर मंतर में आ जा रही है और सब फ्रॉड बता रही है, सारी फॉल्स चीजें बता रही है, अंधभक्तों को और बढ़ावा दे रही है कि जय मोदी जय मोदी। वहाँ पे स्टूडेंट्स के ऊपर अटैक हुआ है, लेकिन उसको किसी ने कवर नहीं किया। लेकिन जब स्टूडेंट्स ने अपने पीछे किया कि नहीं भाई हम लड़ेंगे, तो उसको सारे घुमा फिरा के बता रहे कि ये सब स्टूडेंट्स ने किया है, स्टूडेंट्स ने अटैक किया है। मतलब ये क्या जस्टिस है? और जो स्टूडेंट ने अटैक करा वो अपनी सेल्फ डिफेंस के लिए किया है, उन पे बहुत मारा गया, पत्थरों से मारा गया, फिर वो गैस के गोले पर वो भी एक्सपायर्ड है। ये डेमोक्रेटिक कंट्री कैसे हुई जब यहाँ पे राइट ही नहीं है, अकाउंटेबिलिटी ही नहीं है? इसको बोलते हम डेमोक्रेसी। जब हम डेमोक्रेसी की बात करें तो यहाँ पे लाठी चार्ज हो रहा है। व्हाट द आवाज़ तो उठानी पड़ेगी सर। थैंक यू। ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ ਚੰਡੀਗੜ੍ਹ ਦੀਆਂ, ਜੋ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਹੋਇਆ ਕਿਉਂਕਿ ਲਾਠੀ ਚਾਰਜ ਜੋ ਦਿੱਲੀ ਵਿੱਚ ਹੋਇਆ ਹੈ ਨੌਜਵਾਨਾਂ ਉੱਤੇ, ਉਹਦੇ ਵਿੱਚ 20 ਜਿਹੜੇ ਨੌਜਵਾਨ ਨੇ ਉਹ ਮਰ ਚੁੱਕੇ ਨੇ, ਉਹਨਾਂ ਦੀ ਡੈਥ ਵੀ ਹੋ ਗਈ ਹੈ ਲਾਠੀ ਚਾਰਜ ਦੇ ਕਰਕੇ। 20 ਨੌਜਵਾਨ ਨੇ ਜਿਹੜੇ। हाँ जी, क्या कहना चाहोगे दिल्ली के बारे में? सर जैसे अभी नीट का पेपर लीक हुआ है, उस वजह से काफ़ी लोगों ने सुसाइड करा है, काफ़ी बच्चों ने सुसाइड कर लिया है। सो आई डोंट थिंक सो कि अगर ऐसे गवर्नमेंट बैठ रही है जो चंद पैसों के लिए पेपर तक लीक कर रही है, तो बच्चों का भविष्य कहाँ जाएगा? हमने भी आगे चल के एग्जाम्स देने हैं। इट्स नॉट लाइक कि अगर हमने एग्जाम्स देने हैं तो अगर कुछ चंद पैसों के अंदर अगर हमारे पेपर लीक हो रहे हैं तो दैट्स नॉट द पॉइंट ना। अगर पेपर लीक हो रहे हैं तो हमारा फ्यूचर कहाँ जाएगा? जो बच्चे इतनी मेहनत करके कॉम्पिटिटिव एग्जाम्स के लिए तैयारी कर रहे हैं वो कहाँ जाएंगे? इस चीज के लिए प्रोटेस्ट बहुत ज्यादा जरूरी था। दिल्ली में हुआ है वो, उसको कैसे देखते हो? सर लाठी चार्ज हो रहा है बच्चों पे, 12 साल की बच्ची का सिर खुल गया है। और क्या गवर्नमेंट एक्सपेक्ट कर रही है? बच्चों के ऊपर नेम बैचेस हटा के उन लोगों ने लाठी चार्ज करा है, टीयर गैसेस फेंकी गई हैं बच्चों के ऊपर। अगर उनमें से किसी को भी कुछ भी हो जाता, क्या गवर्नमेंट इस चीज की रिस्पॉन्सिबिलिटी लेती? सर कभी नहीं लेती। हम भी जल्दी से, हमारी भी वोटिंग की बारी आएगी। हाँ मैं बीजेपी सपोर्टर थी, मेरे घर में वालों सब बीजेपी सपोर्टर्स है, बट सर आगे जेनजीज का मुझे नहीं लगता आगे चल के कोई भी बीजेपी को या फिर किसी भी पॉलिटिकल पार्टी को सपोर्ट करेगा। अगर कुछ चंद पैसों के लिए ऐसे पॉलिटिकल लीडर्स हमारे ऐसे पेपर लीक कर रहे हैं तो दैट्स नॉट द पॉइंट, दे कांट डू दिस। फ्यूचर ਵਿੱਚ ਕਿਹੜੀ ਸਰਕਾਰ ਦੇ ਇੰਡੀਆ ਦੇ ਲਈ? सर कोई सरकार नहीं होनी चाहिए, सरकार कोई सी लायक नहीं है। अगर वो कुछ चंद पैसों के लिए हमारे पेपर तक लीक कर रहे हैं तो दैट्स नॉट द पॉइंट। हम लोग इतनी मेहनत करके एक तो कॉम्पिटिटिव एग्जाम्स दे रहे हैं, इतने बच्चों ने सुसाइड कर लिया उस चीज की वजह से। तो गवर्नमेंट और क्या चाहती है? जब तक बच्चे अगर सुसाइड कर रहे हैं तो वही हो सकता है ना। एक तो गवर्नमेंट और क्या चाहती है? गवर्नमेंट को ये चीज नहीं दिख रही। ਸਰ 20 ਬੱਚੇ ਉੱਥੇ ਮਰੇ ਨੇ, ਉਹਦੇ ਵਿੱਚ ਲਾਠੀ ਚਾਰਜ ਦੇ 20 ਬੱਚੇ ਮਰੇ ਵੀ ਨੇ ਨਾ, ਉਹਨਾਂ ਬਾਰੇ ਵੀ ਤੁਸੀਂ ਤੁਹਾਡੇ ਅੰਦਰ ਗੁੱਸਾ ਹੋਣਾ। सर ऑब्वियसली उस चीज का गुस्सा होएगा। अगर वो लोग लाठी चार्ज कर रहे हैं, बच्चों के ऊपर नहीं उठा सकते हैं वो हाथ। वहाँ पे दिल्ली में जंतर मंतर के पास काफी लोगों ने जो यूनिफॉर्म में नहीं भी थे उन लोगों ने हाथ उठाया, बच्चों के ऊपर लाठी चार्ज उन लोगों ने भी करा है। वो ऐसे नहीं कर सकते। उस लाठी चार्ज एक दिन पहले वहाँ पे पत्थर से भरे ट्रक कहाँ से आए हैं, टूटी हुई गाड़ियाँ कहाँ से आ रही हैं? सर अगर वहाँ पे इतनी टाइट सिक्योरिटी थी तो कहाँ से आ रही है वो? गवर्नमेंट को इस चीज का आंसर देना चाहिए। वो टीयर गैसेस फेंक रहे हैं, किसी भी बच्चे को कुछ भी हो जाता, क्या वो रिस्पॉन्सिबिलिटी लेते? सर हम जेनजी हैं, हम अपने फ्यूचर के लिए ऑब्वियसली खड़ेंगे। ਜਿਹੜੇ ਪੱਥਰਾਂ ਟਰੱਕ ਕਿਉਂ ਲੈ ਕੇ ਆਉਂਦੇ ਨੇ, ਕਿਉਂ ਟੁੱਟੀਆਂ ਗੱਡੀਆਂ ਲੈ ਕੇ, ਕੀ ਕਿਹਦੀ ਚਾਲ ਹੋ ਸਕਦੀ ਹੈ? ਸਰਕਾਰ ਦੀ। सर ऑब्वियसली सरकार की है। बच्चों के ऊपर इल्जाम डाला जा रहा है कि बच्चों ने सरकार के ऊपर ही फेंके पत्थर। सर सरकार को ज्यादा चोटें आई है, लाठी चार्ज हुआ है तो जाके चोटें आई है। सर अगर लीडर्स अगर बच्चे बन रहे हैं तो हम बच्चों को तो उठ के लीडर्स बनना पड़ेगा ना। अगर हम अपना सपोर्ट नहीं करेंगे तो कौन
चाहिए एंड वी जस्ट वांट कि धर्मेंद्र प्रधान जी इस्तीफा दें। हम सिर्फ ये चाहते हैं और हम कुछ नहीं चाहते। ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ ਪ੍ਰੋਟੈਸਟ ਜਿਹੜਾ ਨੌਜਵਾਨ ਨੇ ਜਿਹੜੇ ਧਰਨੇ ਵੀ ਲਗਾਏ ਜਾ ਰਹੇ ਨੇ ਤੇ ਜਿਹੜਾ ਪੂਰਾ ਇਕੱਠ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦੇ ਵਿੱਚ 17 ਦੇ ਵਿੱਚ ਜਿਹੜਾ ਇਕੱਠ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਲਗਾਤਾਰ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ 17 ਸੈਕਟਰ ਦੀਆਂ शुरू कर दो, ਇਧਰੋਂ ਭਾਈ प्लीज प्लीज सुनने लो, 1 मिनट। लो भाइयों देखो सबने साथ देना है, साथ में गाएंगे सभी, ठीक है? सबकी आवाज आनी चाहिए। पहले शांति शांति शांति। हम देखेंगे, हम देखेंगे, लाजिम है हम भी देखेंगे, हम देखेंगे, हम देखेंगे, लाजिम है कि हम भी देखेंगे, हम देखेंगे, वो दिन के जैसे वादे हैं हम देखेंगे, हम देखें, आवाज आनी चाहिए जोर से, कमान, हम देखेंगे। सारे बैठ जाओ, सचिन भाई नीचे बैठ जाओ, यही खड़े रहेंगे बस, सारे बैठ जाओ। बाजी 2 मिनट बैठ जाओ। देखो इस साइड से भी आवाज आनी चाहिए यार, आप सभी, मेरी अकेले की आवाज नहीं आएगी, ठीक है? बोलो भाई, लिरिक्स बोलो भाई, आप बोलो। हम देखेंगे, हम देखेंगे, लाजमी है कि देखेंगे, हम देखेंगे, हम देखेंगे, वो दिन के जैसे वादे हैं हम देखेंगे, देखेंगे, हम देखेंगे, हम देखेंगे। अब साथ में सभी ने एक गाना गाएंगे, पहले क्लैपिंग, ये 1 2 1 2, सिर्फ तालियों की आवाज आनी चाहिए, तालियों की। सुनो गौर से दुनिया वालों, सुनो गौर से दुनिया वालों, सुनो गौर से दुनिया वालों, चाहे जितना जोर लगा लो, सबसे आगे होंगे हिंदुस्तानी, हिंदुस्तानी, हिंदुस्तानी। सुनो गौर से दुनिया वालों, सबसे आगे होंगे हिंदुस्तानी, हिंदुस्तानी। हमने कहा है जो तुम भी कहो, सभी जोर से, सुनो गौर से दुनिया वालों, बुरी नजर ना हम पे डालो, चाहे जितना जोर लगा लो, सबसे आगे होंगे हिंदुस्तानी, हिंदुस्तानी। हमने कहा है तुम भी कहो, ये बात हमने कहा है जो तुम भी कहो, जोरदार तालियां आप सभी के लिए, अपने लिए। ਇਹ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਪ੍ਰੋਟੈਸਟ ਦੀਆਂ, ਇਹ ਤਸਵੀਰ ਬਾਈ ਲੈ ਕੇ ਆਏ ਨੇ ਜਿਹੜੀ ਮੋਦੀ ਦੇ ਜਿਹੜੀ ਸਾੜੀ ਲੱਗੀ ਹੋਈ ਆ, ਮੋਦੀ ਦੀ ਸਾੜੀ ਲਗਾਈ ਗਈ ਆ ਤੇ ਟਰੰਪ ਨਾਲ ਜਿਹੜੀ ਸਾੜੀ ਲਾ ਕੇ ਜਿਹੜੀ ਜੱਫੀ ਪਾਈ ਗਈ ਆ, ਤੇ ਇਹ ਤਸਵੀਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਤੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਹੜਾ ਤੁਸੀਂ ਇਕੱਠ ਦੇਖ ਰਹੇ ਹੋ ਚੰਡੀਗੜ੍ਹ ਦੇ ਵਿੱਚ ਹੈ, ਜੋ ਲਾਠੀ ਚਾਰਜ ਹੋਇਆ ਜਿਹਦੇ ਵਿੱਚ ਨੌਜਵਾਨ ਵੀ ਜਿਹੜੇ ਬੱਚੇ ਜਿਹੜੇ 20 ਬੱਚੇ ਜਿਹੜੇ ਮਾਰੇ गए ਨੇ। ਤੇ ਬਾਈ ਜੀ ਤੁਸੀਂ ਕਿੱਥੋਂ ਪਹੁੰਚੇ ਹੋ? मैं सहारनपुर से हूँ और मैं आज किसी नेता के प्रोटेस्ट से नहीं आया, किसी नेता की तरफ से नहीं हूँ। मैं सिर्फ उन बच्चों के लिए हूँ जो दिल्ली में जंतर मंतर पे शांतिपूर्वक से अपना धरना दे रहे थे और उन पे लाठी चार्ज कर दी गई है। ये पोस्टर लेके आए हो, साड़ी लगाई गई है मोदी दे, क्यों? ये जहाँ पे भी जाते हैं ना अपना हिंदुस्तानी चोला उतार देते हैं और ये भी इस चोले में आ जाते हैं। ये जहाँ पे भी जाते हैं ना लोगों के पास बिस्तर ही गर्म करते हैं, दुनिया की कभी कोई हिंदुस्तान की कोई चीज़ इन्होंने आज तक गर्म नहीं की। ਹੁਣ ਤੁਹਾਡੀ ਇਹੀ ਮੰਗ ਹੈ ਵੀ ਧਰਮਿੰਦਰ ਪ੍ਰਧਾਨ ਹੈ ਉਹ ਜਿਹੜਾ ਅਸਤੀਫਾ ਦੇਣ।
इस्तीफा इस्तीफा क्या देंगे? बच्चे रोड पे आ गए हैं, अब किस चीज का इस्तीफा मांग रहे हो? अब तो हर उस बंदे का इस्तीफा होगा जिसने बच्चे के साथ गलत किया है। आपने सरकार को वोट डाला था बीजेपी को? सरकार को मैं तो, मेरे फैमिली खुद सपोर्टर हैं बीजेपी के। अगर देख लेंगे तो आज भाई ਜਿਹੜੇ ਆਪਣੇ ਭਾਵੁਕ ਹੋ ਚੁੱਕੇ ਨੇ ਤੇ ਗਾਲਾਂ ਵਿੱਚ ਕੱਢ ਰਹੇ ਨੇ, ਆਪਾਂ ਨੂੰ ਬੀਪ ਲਾਉਣੀ ਪੈਣੀ ਹੈ। ਬਸ ਬੀਪ ਲਾਉਣੀ ਪੈਣੀ ਸਾਨੂੰ ਯਾਰ, ਗਾਲ ਕੱਢਦੇ।